ਸਤਿ ਸ਼੍ਰੀ ਅਕਾਲ। ਅੱਜ ਆਪਾਂ ਇੱਕ ਬਹੁਤ ਹੀ ਖਾਸ ਹਿੰਦੂ ਮਿਥਿਹਾਸਿਕ ਘਟਨਾ ਬਾਰੇ ਗੱਲ ਕਰਾਂਗੇ। ਹਾਂਜੀ, ਭਗਵਾਨ ਵਿਸ਼ਨੂੰ ਦਾ ਕੂਰਮ ਅਵਤਾਰ ਯਾਨੀ ਕੱਛੂਕੁਮਾ ਅਵਤਾਰ ਤੇ ਉਹ ਮਹਾਨ ਘਟਨਾ ਸਮੁੰਦਰ ਮੰਥਨ। ਬਿਲਕੁਲ, ਬਹੁਤ ਦਿਲਚਸਪ ਕਹਾਣੀ ਹੈ ਇਹ। ਹਾਂ, ਤੇ ਸਾਡੇ ਕੋਲ ਪੁਰਾਣਾ ਮਹਾਕਾਵਿਆਂ ਦੇ ਹਵਾਲੇ ਨੇ। ਅਸੀਂ ਕੋਸ਼ਿਸ਼ ਕਰਾਂਗੇ ਇਸ ਦੀਆਂ ਪਰਤਾਂ ਫੋਲਣ ਦੀ, ਇਸ ਦੇ ਅਰਥ ਸਮਝਣ ਦੀ। ਹਾਂਜੀ, ਦੇਖते हैं इसके पीछे की कुछ लुकिया है। ਤਾਂ ਫਿਰ ਸ਼ੁਰੂ ਕਿੱਥੋਂ ਹੁੰਦਾ ਹੈ ਸਾਰਾ ਕੁਝ? ਮੈਨੂੰ ਲੱਗਦਾ ਇੱਕ ਸਰਾਪ ਤੋਂ। हाँ, बिल्कुल, ਦੇਵਤਿਆਂ ਦੇ ਰਾਜਾ ਇੰਦਰ ਤੋਂ। ਅੱਛਾ, ਇੰਦਰ ਤੋਂ। ਹਾਂਜੀ, ਉਸਨੇ ਆਪਣੇ ਹੰਕਾਰ ਵਿੱਚ ਨਾ ਰਿਸ਼ੀ ਦੁਰਵਾਸਾ ਦਾ ਅਪਮਾਨ ਕਰ ਦਿੱਤਾ ਤੇ ਰਿਸ਼ੀ ਨੇ ਫਿਰ ਗੁੱਸੇ 'ਚ ਆ ਕੇ ਸ਼ਰਾਪ ਦੇ ਦਿੱਤਾ ਕੀ ਸ਼ਰਾਪ ਦਿੱਤਾ? ਕਿ ਸਾਰੇ ਦੇਵਤੇ ਸ਼ਕਤੀਹੀਨ ਹੋ ਜਾਣਗੇ। ਬਸ ਫਿਰ ਕੀ ਸੀ, ਸਾਰਾ ਸੰਤੁਲਨ ਹੀ ਵਿਗੜ ਗਿਆ। ਓਹੋ, ਮਤਲਬ ਦੇਵਤੇ ਕਮਜ਼ੋਰ ਤੇ ਅਸੁਰ ਹੋ ਗਏ ਤਾਕਤਵਰ। ਇੱਕ ਵੱਡਾ ਸੰਕੇਤ ਵੀ ਹੈ, ਦੇਖੋ, ਜਦੋਂ ਤਾਕਤ ਦਾ ਹੰਕਾਰ ਆਉਂਦਾ ਹੈ ਨਾ ਤਾਂ ਸੰਕਟ ਆਉਂਦਾ ਹੀ ਆਉਂਦਾ ਹੈ, ਭਾਵੇਂ ਦੇਵਤੇ ਕਿਉਂ ਨਾ ਹੋਣ। ਇਹ ਤਾਂ ਬਹੁਤ ਬੁਰਾ ਹੋਇਆ ਦੇਵਤਿਆਂ ਨਾਲ। ਫਿਰ ਉਹਨਾਂ ਨੇ ਕੀ ਕੀਤਾ? ਮਦਦ ਲਈ ਕਿੱਥੇ ਗਏ? ਉਹ ਗਏ ਭਗਵਾਨ ਵਿਸ਼ਨੂੰ ਕੋਲ। ਹੋਰ ਕੌਣ ਸੀ ਉਹਨਾਂ ਦਾ ਸਹਾਰਾ? ਅੱਛਾ, ਤੇ ਵਿਸ਼ਨੂੰ ਜੀ ਨੇ ਕੀ ਸਲਾਹ ਦਿੱਤੀ? ਵਿਸ਼ਨੂੰ ਜੀ ਨੇ ਇੱਕ ਅਨੋਖਾ ਹੱਲ ਦੱਸਿਆ। ਉਹਨਾਂ ਕਿਹਾ ਕਿ ਅਮਰਤਾ ਦਾ ਅੰਮ੍ਰਿਤ ਕੱਢਣਾ ਪਵੇਗਾ। ਅੰਮ੍ਰਿਤ? ਉਹ ਕਿਵੇਂ? ਖੀਰ ਸਾਗਰ ਯਾਨੀ ਦੁੱਧ ਦੇ ਸਾਗਰ ਨੂੰ ਮੰਥਨ ਕਰਕੇ। ਪਰ ਇੱਥੇ ਇੱਕ ਵੱਡੀ ਗੱਲ ਸੀ। ਕੀ ਗੱਲ? ਇਹ ਕੰਮ ਇਕੱਲਿਆਂ ਨਹੀਂ ਹੋਣਾ ਸੀ, ਇਸ ਲਈ ਉਹਨਾਂ ਨੂੰ ਆਪਣੇ ਦੁਸ਼ਮਣਾਂ ਅਸੁਰਾਂ ਨਾਲ ਹੱਥ ਮਿਲਾਉਣਾ ਪੈਣਾ ਸੀ। ਕੀ ਅਸੁਰਾਂ ਨਾਲ? ਇਹ ਕਿਵੇਂ ਹੋ ਸਕਦਾ ਹੈ? ਹਾਂਜੀ, ਇਹੀ ਤਾਂ ਕਮਾਲ ਦੀ ਗੱਲ ਹੈ, ਕਿਵੇਂ ਵਿਰੋਧੀ ਤਾਕਤਾਂ ਨੂੰ ਇੱਕ ਵੱਡੇ ਸਾਂਝੇ ਕੰਮ ਲਈ ਇਕੱਠਾ ਕੀਤਾ ਗਿਆ। ਪਰ ਵਿਸ਼ਨੂੰ ਜੀ ਨੇ ਕੋਈ ਭਰੋਸਾ ਦਿੱਤਾ ਦੇਵਤਿਆਂ ਨੂੰ ਕਿਤੇ ਅਸੁਰੀ ਨੇ ਸਾਰਾ ਅੰਮ੍ਰਿਤ ਲੈ ਜਾਣ? ਹਾਂ, ਉਹਨਾਂ ਨੇ ਗੁਪਤ ਤੌਰ ਤੇ ਭਰੋਸਾ ਦਿੱਤਾ ਸੀ ਕਿ ਅੰਮ੍ਰਿਤ ਮਿਲੇਗਾ ਤਾਂ ਦੇਵਤਿਆਂ ਨੂੰ ਹੀ। ਪਰ ਦੇਖੋ, ਇਹ ਗੱਠਜੋੜ ਦਿਖਾਉਂਦਾ ਹੈ ਕਿ ਕਈ ਵਾਰ ਵੱਡੇ ਨਤੀਜਿਆਂ ਲਈ ਐਸੇ ਕਦਮ ਚੁੱਕਣੇ ਪੈਂਦੇ ਨੇ। ਮਤਲਬ ਅਸੁਰ ਅਣਜਾਣੇ 'ਚ ਹੀ ਮਦਦ ਕਰ ਗਏ। ਬਿਲਕੁਲ, ਉਹ ਇੱਕ ਦੇਵੀ ਯੋਜਨਾ ਦਾ ਹਿੱਸਾ ਬਣ ਗਏ। ਤੇ ਫਿਰ ਮੰਥਨ ਦੀ ਤਿਆਰੀ, ਉਹ ਵੀ ਤਾਂ ਕਮਾਲ ਦੀ ਹੋਣੀ ਆ। ਸੁਣਿਆ ਬਹੁਤ ਵੱਡਾ ਪ੍ਰਬੰਧ ਸੀ। ਹਾਂਜੀ, ਬਹੁਤ ਵਿਸ਼ਾਲ ਮੰਦਰਾਚਲ ਪਰਬਤ ਨੂੰ ਬਣਾਇਆ ਗਿਆ ਮਧਾਣੀ ਯਾਨੀ ਰਿੜਕਣੀ। ਐਨਾ ਵੱਡਾ ਪਰਬਤ? ਹਾਂ, ਤੇ ਨਾਗਾਂ ਦਾ ਰਾਜਾ ਵਾਸੁਕੀ, ਉਸ ਨੂੰ ਬਣਾਇਆ ਗਿਆ ਨੇਤੀ ਮਤਲਬ ਰੱਸੀ। ਵਾਹ, ਕਲਪਨਾ ਕਰਕੇ ਵੀ ਅਜੀਬ ਲੱਗਦਾ। ਤੇ ਇੱਥੇ ਵੀ ਇੱਕ ਚਾਲ ਸੀ, ਦੇਵਤਿਆਂ ਨੇ ਵਾਸੁਕੀ ਦੀ ਪੂਛ ਵਾਲਾ ਪਾਸਾ ਫੜਿਆ ਤੇ ਅਸੁਰਾਂ ਨੇ ਫੜਿਆ ਸਿਰ ਵਾਲਾ ਪਾਸਾ। ਕਹਿੰਦੇ ਨੇ ਕਿ ਜਦੋਂ ਮੰਥਨ ਹੋਇਆ, ਵਾਸੁਕੀ ਦੇ ਮੂੰਹੋਂ ਜ਼ਹਿਰੀਲਾ ਧੂਆਂ ਨਿਕਲਿਆ, ਜਿਸ ਨਾਲ ਅਸੁਰ ਕਮਜ਼ੋਰ ਹੁੰਦੇ ਗਏ। ਅੱਛਾ, ਇਹ ਵੀ ਇੱਕ ਚਾਲ ਸੀ। ਹਾਂ, ਪਰ ਫਿਰ ਇੱਕ ਹੋਰ ਮੁਸ਼ਕਿਲ ਆਈ ਸ਼ਾਇਦ ਜਦੋਂ ਮੰਥਨ ਸ਼ੁਰੂ ਹੋਇਆ। ਹਾਂਜੀ ਬਿਲਕੁਲ, ਉਹ ਜਿਹੜਾ ਮੰਦਰਾਚਲ ਪਰਬਤ ਸੀ ਇੰਨਾ ਭਾਰੀ, ਉਹ ਸਮੁੰਦਰ ਵਿੱਚ ਡੁੱਬਣ ਲੱਗ ਪਿਆ। ਕਿਉਂ? ਕਿਉਂਕਿ ਉਸਦੇ ਥੱਲੇ ਕੋਈ ਟਿਕਾਣਾ, ਕੋਈ ਆਧਾਰ ਹੀ ਨਹੀਂ ਸੀ। ਸਾਰੀ ਮਿਹਨਤ ਖਰਾਬ ਹੁੰਦੀ ਲੱਗ ਰਹੀ ਸੀ। ਫਿਰ ਕੀ ਹੋਇਆ? ਇੱਥੇ ਆਉਂਦਾ ਹੈ ਕੂਰਮ ਅਵਤਾਰ। ਬਿਲਕੁਲ, ਇਸੇ ਨਾਜ਼ੁਕ ਮੌਕੇ ਤੇ ਭਗਵਾਨ ਵਿਸ਼ਨੂੰ ਨੇ ਇੱਕ ਬਹੁਤ ਵੱਡੇ ਕੱਛੂ ਕੁੰਮੇ ਯਾਨੀ ਕੂਰਮ ਦਾ ਰੂਪ ਧਾਰਿਆ। ਅੱਛਾ, ਉਹ ਸਮੁੰਦਰ ਦੀ ਡੂੰਘਾਈ ਵਿੱਚ ਗਏ ਤੇ ਉਸ ਡੁੱਬਦੇ ਹੋਏ ਪਰਬਤ ਨੂੰ ਆਪਣੀ ਮਜ਼ਬੂਤ ਪਿੱਠ ਤੇ ਚੁੱਕ ਲਿਆ, ਇੱਕ ਅਡੋਲ ਆਧਾਰ ਦਿੱਤਾ। ਕਮਾਲ ਹੈ। ਮਤਲਬ ਕੂਰਮ ਅਵਤਾਰ ਦਾ ਮੁੱਖ ਕੰਮ ਸੀ ਉਸ ਮੰਥਨ ਨੂੰ ਸਹਾਰਾ ਦੇਣਾ। ਹਾਂਜੀ, ਇੱਕ ਅਟਲ ਆਧਾਰ ਬਣਨਾ। ਇਸ ਤੋਂ ਬਿਨਾਂ ਮੰਥਨ ਹੋ ਹੀ ਨਹੀਂ ਸਕਦਾ ਸੀ। ਇਹੀ ਉਹਨਾਂ ਦਾ ਕੇਂਦਰੀ ਕੰਮ ਸੀ। ਮੈਂ ਭਾਗਵਤ ਪੁਰਾਣ 'ਚ ਪੜਿਆ ਸੀ, ਉਹਦੇ 'ਚ ਤਾਂ ਲਿਖਿਆ ਕਿ ਕੂਰਮ ਦਾ ਖੋਲ ਕੋਈ 100,000 ਯੋਜਨ ਚੌੜਾ ਸੀ ਤੇ ਪਰਬਤ ਦਾ ਪਾਰ ਉਹਨਾਂ ਨੂੰ ਐਵੇਂ ਲੱਗਿਆ ਜਿਵੇਂ ਹਲਕੀ ਜੀ ਖੁਰਕ ਹੋਏ। ਹਾਂਜੀ, ਪੁਰਾਣਾ ਵਿੱਚ ਉਹਨਾਂ ਦੀ ਵਿਸ਼ਾਲਤਾ ਤੇ ਸ਼ਕਤੀ ਨੂੰ ਦਰਸਾਉਣ ਲਈ ਅਜਿਹੇ ਵਰਣਨ ਮਿਲਦੇ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਵਿਸ਼ਨੂੰ ਨੇ ਹੋਰ ਰੂਪਾਂ ਵਿੱਚ ਉੱਪਰੋਂ ਪਰਬਤ ਨੂੰ ਦਬਾ ਕੇ ਵੀ ਰੱਖਿਆ ਤੇ ਦੇਵ ਅਸੁਰਾਂ ਨੂੰ ਤਾਕਤ ਵੀ ਦਿੱਤੀ। ਤਾਂ ਇਸ ਕੂਰਮ ਦਾ ਕੋਈ ਪ੍ਰਤੀਕਾਤਮਕ ਮਤਲਬ ਵੀ ਹੈ? ਮਤਲਬ ਕੱਛੂ ਕੁੰਮੇ ਦਾ? ਹਾਂ, ਬਹੁਤ ਡੂੰਘਾ। ਕੱਛੂ ਕੁੰਮਾ ਦੇਖੋ, ਧੀਰਜ ਦਾ, ਸਥਿਰਤਾ ਦਾ, ਸੁਰੱਖਿਆ ਦਾ ਪ੍ਰਤੀਕ ਹੈ। ਅੱਛਾ, ਤੇ ਜਿਵੇਂ ਕੱਛੂ ਕੁੰਮਾ ਖਤਰੇ ਵੇਲੇ ਆਪਣੇ ਅੰਗ ਆਪਣੇ ਖੋਲ ਅੰਦਰ ਖਿੱਚ ਲੈਂਦਾ ਹੈ ਨਾ, ਹਾਂਜੀ, ਉਹ ਯੋਗ ਦੇ ਪ੍ਰਤਿਆਹਾਰ ਸਿਧਾਂਤ ਨੂੰ ਦਰਸਾਉਂਦਾ ਹੈ। ਯਾਨੀ ਆਪਣੀਆਂ ਇੰਦਰੀਆਂ ਨੂੰ ਬਾਹਰਲੀਆਂ ਭਟਕਣਾ ਤੋਂ ਹਟਾ ਕੇ ਅੰਦਰ ਵੱਲ ਮੋੜਨਾ, ਆਪਣੇ ਆਪ ਵਿੱਚ ਸਥਿਰ ਹੋਣਾ। ਵਾਹ, ਮਤਲਬ ਇਹ ਸਿਰਫ ਬਾਹਰੀ ਘਟਨਾ ਨਹੀਂ, ਅੰਦਰੂਨੀ ਯਾਤਰਾ ਵੀ ਹੈ। ਬਿਲਕੁਲ, ਅਧਿਆਤਮਿਕ ਸਥਿਰਤਾ ਲਈ ਇਹ ਬਹੁਤ ਜ਼ਰੂਰੀ ਹੈ। ਅੱਛਾ, ਫਿਰ ਮੰਥਨ ਅੱਗੇ ਵਧਿਆ, ਕੀ ਨਿਕਲਿਆ ਉਸ ਵਿੱਚੋਂ? ਸਭ ਤੋਂ ਪਹਿਲਾਂ ਤਾਂ ਸ਼ਾਇਦ ਕੁਝ ਬੁਰਾ ਨਿਕਲਿਆ ਸੀ। ਹਾਂਜੀ, ਸਭ ਤੋਂ ਪਹਿਲਾਂ ਨਿਕਲਿਆ ਹਲਾਹਲ ਨਾਂ ਦਾ ਭਿਆਨਕ ਜ਼ਹਿਰ। ਕਾਲਕੂਟ ਵੀ ਕਹਿੰਦੇ ਨੇ, ਇੰਨਾ ਤੇਜ਼ ਕਿ ਸਾਰਾ ਸੰਸਾਰ ਤਬਾਹ ਹੋ ਸਕਦਾ ਸੀ। ਫਿਰ ਉਸ ਦਾ ਕੀ ਬਣਿਆ? ਉਸ ਵੇਲੇ ਭਗਵਾਨ ਸ਼ਿਵ ਅੱਗੇ ਆਏ। ਉਹਨਾਂ ਨੇ ਸੰਸਾਰ ਨੂੰ ਬਚਾਉਣ ਲਈ ਉਹ ਸਾਰਾ ਜ਼ਹਿਰ ਪੀ ਲਿਆ, ਪਰ ਉਸ ਨੂੰ ਆਪਣੇ ਗਲੇ ਵਿੱਚ ਹੀ ਰੋਕ ਲਿਆ। ਅੱਛਾ, ਤਾਂ ਹੀ ਉਹਨਾਂ ਦਾ ਗਲਾ ਨੀਲਾ ਹੋ ਗਿਆ ਤੇ ਨੀਲਕੰਠ ਖਵਾਏ। ਹਾਂਜੀ ਬਿਲਕੁਲ, ਇਸ ਮਹਾਨ ਕੁਰਬਾਨੀ ਕਰਕੇ ਫਿਰ ਜ਼ਹਿਰ ਤੋਂ ਬਾਅਦ ਚੰਗੀਆਂ ਚੀਜ਼ਾਂ ਨਿਕਲੀਆਂ। ਕਿਹੜੀਆਂ ਚੀਜ਼ਾਂ? ਉਹ 14 ਰਤਨਾਂ ਦੀ ਗੱਲ ਹੁੰਦੀ ਹੈ। ਹਾਂ, ਲਗਭਗ 14 ਰਤਨ, ਜਿਵੇਂ ਕਾਮਧੇਨੂ ਗਾਂ, ਉੱਚੈਸ਼ਵਾ ਘੋੜਾ, ਐਰਾਵਤ ਹਾਥੀ, ਕੌਸਟੁਭ ਮਣੀ। ਹਾਂ, ਤੇ ਖੁਦ ਦੇਵੀ ਲక్ష్ਮੀ ਵੀ ਸਮੁੰਦਰ ਮੰਥਨ ਚੋਂ ਹੀ ਪ੍ਰਗਟ ਹੋਏ ਸਨ। ਤੇ ਅੰਤ ਵਿੱਚ ਅੰਮ੍ਰਿਤ? ਹਾਂਜੀ, ਅੰਤ ਵਿੱਚ ਭਗਵਾਨ ਧਨਵੰਤਰੀ, ਆਯੁਰਵੇਦ ਦੇ ਦੇਵਤਾ, ਆਪਣੇ ਹੱਥਾਂ ਵਿੱਚ ਅੰਮ੍ਰਿਤ ਦਾ ਕਲਸ਼ ਲੈ ਕੇ ਪ੍ਰਗਟ ਹੋਏ। ਤੇ ਫਿਰ ਤਾਂ ਅੰਮ੍ਰਿਤ ਲਈ ਖਿੱਚੋਤਾਣ ਸ਼ੁਰੂ ਹੋ ਗਈ ਹੋਣੀ, ਦੇਵਤੇ ਤੇ ਅਸੁਰ ਆਮੋ ਸਾਹਮਣੇ। ਬਿਲਕੁਲ, ਉਹੀ ਹੋਇਆ, ਲੜਾਈ ਛਿੜ ਪਈ। ਹਰ ਕੋਈ ਅਮਰ ਹੋਣਾ ਚਾਹੁੰਦਾ ਸੀ। ਇੱਥੇ ਫਿਰ ਵਿਸ਼ਨੂੰ ਜੀ ਨੇ ਕੁਝ ਕੀਤਾ? ਹਾਂਜੀ, ਦੇਵਤਿਆਂ ਦੀ ਮਦਦ ਲਈ ਭਗਵਾਨ ਵਿਸ਼ਨੂੰ ਨੇ ਇੱਕ ਵਾਰ ਫਿਰ ਰੂਪ ਬਦਲਿਆ। ਇਸ ਵਾਰ ਉਹ ਬੜੇ ਮੋਹਿਨੀ।
ਇੱਕ ਬਹੁਤ ਸੁੰਦਰ ਇਸਤਰੀ। ਹਾਂ, ਐਨੀ ਸੁੰਦਰ ਕਿ ਸਾਰੇ ਅਸੁਰ ਉਸ ਨੂੰ ਦੇਖ ਕੇ ਹੀ ਮੋਹੇ ਗਏ। ਉਹਨਾਂ ਨੇ ਅੰਮ੍ਰਿਤ ਵੰਡਣ ਦੀ ਜ਼ਿੰਮੇਵਾਰੀ ਮੋਹਿਨੀ ਨੂੰ ਸੌਂਪ ਦਿੱਤੀ ਤੇ ਮੋਹਿਨੀ ਨੇ ਆਪਣੀ ਮਾਇਆ ਨਾਲ, ਆਪਣੀ ਚਾਲਾਕੀ ਨਾਲ ਸਾਰਾ ਅੰਮ੍ਰਿਤ ਸਿਰਫ ਦੇਵਤਿਆਂ ਨੂੰ ਹੀ ਪਿਲਾ ਦਿੱਤਾ। ਅਸੁਰ ਦੇਖਦੇ ਹੀ ਰਹਿ ਗਏ। ਪਰ ਮੈਂ ਸੁਣਿਆ ਇੱਕ ਅਸੁਰ ਨੇ ਫਿਰ ਵੀ ਪੀ ਲਿਆ ਸੀ ਧੋਖੇ ਨਾਲ। ਹਾਂ, ਇੱਕ ਅਸੁਰ ਸੀ ਸਵਰਭਾਨੂ। ਉਸਨੇ ਦੇਵਤਿਆਂ ਦਾ ਭੇਸ ਬਣਾ ਲਿਆ ਤੇ ਚੁੱਪਚਾਪ ਉਹਨਾਂ ਦੀ ਲਾਈਨ ਵਿੱਚ ਬੈਠ ਗਿਆ ਤੇ ਅੰਮ੍ਰਿਤ ਦੀਆਂ ਕੁਝ ਬੂੰਦਾਂ ਪੀ ਲੀਆਂ। ਪਰ ਫੜਿਆ ਗਿਆ। ਹਾਂ, ਉਸ ਨੂੰ ਸੂਰਜ ਦੇਵਤਾ ਤੇ ਚੰਦਰਮਾ ਦੇਵਤਾ ਨੇ ਪਛਾਣ ਲਿਆ ਤੇ ਵਿਸ਼ਨੂੰ ਜੀ ਨੂੰ ਇਸ਼ਾਰਾ ਕਰ ਦਿੱਤਾ। ਫਿਰ ਵਿਸ਼ਨੂੰ ਜੀ ਨੇ ਤੁਰੰਤ ਆਪਣੇ ਸੁਦਰਸ਼ਨ ਚੱਕਰ ਨਾਲ ਉਸ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ। ਓਹੋ। ਪਰ ਕਿਉਂਕਿ ਅੰਮ੍ਰਿਤ ਉਸ ਦੇ ਗਲੇ ਤੱਕ ਪਹੁੰਚ ਚੁੱਕਾ ਸੀ, ਉਸ ਦਾ ਸਿਰ ਤੇ ਧੜ ਦੋਵੇਂ ਅਵਰ ਹੋ ਗਏ। ਉਹੀ ਰਾਹੂ ਤੇ ਕੇਤੂ। ਹਾਂਜੀ, ਸਿਰ ਬਣਿਆ ਰਾਹੂ ਤੇ ਧੜ ਬਣਿਆ ਕੇਤੂ। ਕਹਿੰਦੇ ਨੇ ਕਿ ਉਹ ਬਦਲਾ ਲੈਣ ਲਈ ਅੱਜ ਵੀ ਸੂਰਜ ਤੇ ਚੰਦਰਮਾ ਦਾ ਪਿੱਛਾ ਕਰਦੇ ਨੇ, ਜਿਸ ਕਰਕੇ ਗ੍ਰਹਿਣ ਲੱਗਦੇ ਹਨ। ਇਹ ਸਾਰੀ ਕਹਾਣੀ ਕੀ ਸਾਰੇ ਗ੍ਰੰਥਾਂ 'ਚ ਇੱਕੋ ਜਿਹੀ ਮਿਲਦੀ ਹੈ ਜਾਂ ਫਰਕ ਵੀ ਨੇ? ਥੋੜਾ ਫਰਕ ਹੈ। ਜਿਵੇਂ ਮਹਾਭਾਰਤ ਇਸ ਨੂੰ ਇੱਕ ਸਾਂਝੇ ਯਤਨ ਵਾਂਗ ਜ਼ਿਆਦਾ ਦੇਖਦੀ ਹੈ, ਪਰ ਜਿਹੜੇ ਵੈਸ਼ਨਵ ਗ੍ਰੰਥ ਨੇ ਜਿਵੇਂ ਵਿਸ਼ਨੂੰ ਪੁਰਾਣ ਜਾਂ ਖਾਸ ਕਰਕੇ ਭਾਗਵਤ ਪੁਰਾਣ, ਉਹਨਾਂ ਵਿੱਚ ਭਗਵਾਨ ਵਿਸ਼ਨੂੰ ਦੀ ਭੂਮਿਕਾ ਬਹੁਤ ਜ਼ਿਆਦਾ ਕੇਂਦਰੀ ਤੇ ਮਹੱਤਵਪੂਰਨ ਦੱਸੀ ਗਈ ਹੈ। ਅੱਛਾ, ਮਤਲਬ ਸਮੇਂ ਨਾਲ ਵਿਸ਼ਨੂੰ ਜੀ ਦਾ ਮਹੱਤਵ ਵੱਧਦਾ ਗਿਆ ਹੈ। ਹਾਂ, ਇਹ ਵੈਸ਼ਨਵ ਭਗਤੀ ਦੇ ਵਿਕਾਸ ਨੂੰ ਦਰਸਾਉਂਦਾ ਹੈ। ਤੇ ਕਲਾ ਵਗੈਰਾ ਵਿੱਚ, ਮੂਰਤੀਆਂ ਜਾਂ ਚਿੱਤਰਾਂ ਵਿੱਚ ਕੂਰਮ ਨੂੰ ਕਿਵੇਂ ਦਿਖਾਇਆ ਜਾਂਦਾ ਹੈ? ਜ਼ਿਆਦਾਤਰ ਤਾਂ ਸਮੁੰਦਰ ਮੰਥਨ ਦੇ ਸੀਨ ਵਿੱਚ ਹੀ, ਕਈ ਵਾਰ ਪੂਰੇ ਕੱਛੂ ਕੁੰਮੇ ਦੇ ਰੂਪ ਵਿੱਚ ਪਰਵਤ ਨੂੰ ਚੁੱਕੀ ਹੋਏ, ਜਿਵੇਂ ਕੰਬੋਡੀਆ ਵਿੱਚ ਅੰਕੋਰ ਵਾਟ ਦੀਆਂ ਕੰਧਾਂ ਤੇ ਬਣਿਆ ਹੈ। ਹਾਂ, ਦੇਖਿਆ ਹੂੰ। ਤੇ ਕਈ ਵਾਰ ਅੱਧਾ ਮਨੁੱਖ ਤੇ ਅੱਧਾ ਕੱਛੂ ਕੁੰਮਾ, ਯਾਨੀ ਉੱਪਰ ਵਿਸ਼ਨੂੰ ਜੀ ਦਾ ਧੜ ਤੇ ਹੇਠਾਂ ਕੱਛੂ ਕੁੰਮੇ ਦਾ ਰੂਪ। ਇਹ ਵੀ ਦਿਲਚਸਪ ਹੈ। ਤਾਂ ਫਿਰ ਕੁੱਲ ਮਿਲਾ ਕੇ ਇਸ ਸਾਰੀ ਗੱਲਬਾਤ ਦਾ, ਇਸ ਕਹਾਣੀ ਦਾ ਸਾਰ ਕੀ ਕੱਢੀਏ? ਮੁੱਖ ਨੁਕਤਾ ਕੀ ਹੈ? ਦੇਖੋ, ਕੂਰਮ ਅਵਤਾਰ ਤੇ ਸਮੁੰਦਰ ਮੰਥਨ ਦੀ ਕਹਾਣੀ ਬਹੁਤ ਗਹਿਰੀ ਹੈ। ਪਹਿਲੀ ਗੱਲ ਇਹ ਦੱਸਦੀ ਹੈ ਕਿ ਕਿਵੇਂ ਇੱਕ ਨੈਤਿਕ ਗਿਰਾਵਟ, ਜਿਵੇਂ ਇੰਦਰ ਦਾ ਹੰਕਾਰ, ਇੱਕ ਵੱਡੇ ਸੰਕਟ ਵੱਲ ਲੈ ਜਾਂਦੀ ਹੈ। ਤੇ ਫਿਰ ਉਸ ਸੰਕਟ ਨੂੰ ਹੱਲ ਕਰਨ ਲਈ, ਬ੍ਰਹਮੰਡੀ ਵਿਵਸਥਾ ਨੂੰ ਮੁੜ ਸਥਾਪਿਤ ਕਰਨ ਲਈ ਦੇਵੀ ਦਖਲ ਤੇ ਬਹੁਤ ਵੱਡੀਆਂ ਕੋਸ਼ਿਸ਼ਾਂ ਦੀ ਲੋੜ ਪੈਂਦੀ ਹੈ। ਤੇ ਕੂਰਮ ਅਵਤਾਰ ਦਾ ਖਾਸ ਮਹੱਤਵ? ਕੂਰਮ ਅਵਤਾਰ ਖੁਦ ਸਥਿਰਤਾ, ਧੀਰਜ ਤੇ ਅਟਲ ਸਹਾਰੇ ਦਾ ਪ੍ਰਤੀਕ ਹੈ। ਇਹ ਸਿਖਾਉਂਦਾ ਹੈ ਕਿ ਕੋਈ ਵੀ ਵੱਡਾ ਕੰਮ ਕਰਨਾ ਹੋਵੇ, ਭਾਵੇਂ ਉਹ ਦੁਨਿਆਵੀ ਹੋਵੇ ਜਾਂ ਅਧਿਆਤਮਿਕ, ਉਸ ਲਈ ਇੱਕ ਮਜ਼ਬੂਤ ਨੀਂਹ, ਇੱਕ ਅਡੋਲ ਆਧਾਰ ਹੋਣਾ ਬਹੁਤ ਜ਼ਰੂਰੀ ਹੈ। ਤੇ ਆਮ ਇਨਸਾਨ ਲਈ, ਸਾਡੇ ਵਰਗਿਆਂ ਲਈ ਇਸ ਵਿੱਚੋਂ ਕੀ ਸਿੱਖਣ ਨੂੰ ਮਿਲਦਾ ਹੈ? ਸਾਡੇ ਲਈ ਇਹ ਸਬਕ ਹੈ ਕਿ ਜ਼ਿੰਦਗੀ ਵਿੱਚ ਜਦੋਂ ਵੱਡੀਆਂ ਚੁਣੌਤੀਆਂ ਆਉਂਦੀਆਂ ਨੇ, ਜਦੋਂ ਸਾਡਾ ਆਪਣਾ ਸਮੁੰਦਰ ਮੰਥਨ ਚੱਲ ਰਿਹਾ ਹੁੰਦਾ ਹੈ, ਉਦੋਂ ਸਾਨੂੰ ਸਥਿਰ ਰਹਿਣਾ, ਧੀਰਜ ਰੱਖਣਾ ਕਿੰਨਾ ਜ਼ਰੂਰੀ ਹੈ। ਕੱਛੂ ਗੁੰਮੇ ਵਾਂਗ। ਹਾਂਜੀ, ਕੱਛੂ ਕੁੰਮੇ ਵਾਂਗ। ਕਈ ਵਾਰ ਸਾਨੂੰ ਬਾਹਰ ਦੀਆਂ ਭਟਕਣਾਂ ਤੋਂ ਮਨ ਹਟਾ ਕੇ, ਆਪਣੀਆਂ ਇੰਦਰੀਆਂ ਨੂੰ ਕਾਬੂ ਕਰਕੇ, ਆਪਣੀ ਅੰਦਰੂਨੀ ਤਾਕਤ, ਆਪਣੀ ਸਥਿਰਤਾ ਤੇ ਧਿਆਨ ਦੇਣਾ ਪੈਂਦਾ ਹੈ। ਬਹੁਤ ਵਧੀਆ ਗੱਲ ਕਹੀ। ਅੰਤ ਵਿੱਚ ਇੱਕ ਸਵਾਲ ਮੇਰੇ ਮਨ ਵਿੱਚ ਆ ਰਿਹਾ, ਜੋ ਸੋਚਣ ਲਈ ਛੱਡ ਸਕਦੇ ਹਾਂ। ਹਾਂਜੀ, ਪੁੱਛੋ। ਦੇਖੋ, ਸਮੁੰਦਰ ਮੰਥਨ ਵਿੱਚ ਦੇਵਤਾ ਯਾਨੀ ਚੰਗੀਆਂ ਤਾਕਤਾਂ ਤੇ ਅਸੁਰਾਂ ਯਾਨੀ ਬੁਰੀਆਂ ਤਾਕਤਾਂ ਨੇ ਇੱਕ ਵੱਡੇ ਮਕਸਦ ਅੰਮ੍ਰਿਤ ਲਈ ਇਕੱਠੇ ਕੰਮ ਕੀਤਾ, ਭਾਵੇਂ ਉਹਨਾਂ ਦੀ ਨੀਅਤ ਵੱਖਰੀ ਸੀ। ਹਾਂ, ਇਹ ਸੱਚ ਹੈ। ਕੀ ਇਹ ਘਟਨਾ ਸਾਨੂੰ ਅਜੋਕੇ ਸਮੇਂ ਬਾਰੇ ਕੋਈ ਸੋਚਣ ਲਈ ਮਜਬੂਰ ਕਰਦੀ ਹੈ ਕਿ ਕਿਵੇਂ ਕਈ ਵਾਰ ਬਿਲਕੁਲ ਉਲਟ ਵਿਚਾਰਾਂ ਵਾਲੀਆਂ ਜਾਂ ਵਿਰੋਧੀ ਤਾਕਤਾਂ ਵੀ ਅਣਜਾਣੇ ਵਿੱਚ ਹੀ ਕਿਸੇ ਵੱਡੇ ਨਤੀਜੇ ਨੂੰ ਹਾਸਲ ਕਰਨ ਦਾ ਸਾਧਨ ਬਣ ਜਾਂਦੀਆਂ ਹਨ? ਇਹ ਸੱਚਮੁੱਚ ਸੋਚਣ ਵਾਲੀ ਗੱਲ ਹੈ ਕਿ ਕਿਵੇਂ ਵਿਰੋਧ ਦੇ ਬਾਵਜੂਦ ਵੀ ਕੁਝ ਉਸਾਰੂ ਨਿਕਲ ਸਕਦਾ ਹੈ, ਭਾਵੇਂ ਅਨਿਸ਼ਚਿਤ ਤੌਰ ਤੇ ਹੀ ਸਹੀ। ਇਸ ਤੇ ਵਿਚਾਰ ਕਰਨਾ ਦਿਲਚਸਪ ਰਹੇਗਾ। ਬਿल्कुल। आज हम बात कर रहे हैं भगवान विष्णु के दूसरे अवतार पर, यानी कूर्म, कछुए का रूप। हमारे पास जो नोट्स हैं वो कदीम हिंदू कहानियों से लिए गए हैं। जी हाँ, और ये अवतार ये सीधा समुद्र मंथन से जुड़ा हुआ है, वो जो दूध का समुद्र बिलोने वाला वाकया है। बिल्कुल। तो आज इन जराए की मदद से इस कहानी को और इसके मतलब को समझने की कोशिश करते हैं। जी जरूर। तो मिशन यही है कि कहानी और उसके असबाब को जाने। तो आइए शुरू करते हैं। कहानी का आगाज तो एक बहरान से होता है ना? जी हाँ। असल में देवताओं के जो राजा थे इंद्र, उनसे एक गलती हो गई। गलती? कैसी गलती? महर्षि दुर्वासा ने उन्हें एक माला दी थी, बड़ी मुकद्दस। इंद्र ने उसकी कुछ बेअदबी कर दी। अब दुर्वासा ऋषि तो मशहूर है अपने गुस्से के लिए। ओह, तो फिर? तो उन्होंने फौरन श्राप दे दिया इंद्र को और तमाम देवताओं को कि वो कमजोर हो जाएंगे, उनकी शान और शौकत चली जाएगी। अरे, सिर्फ एक माला की बेअदबी पर इतना बड़ा श्राप? इससे तो देवता बिल्कुल बेबस हो गए होंगे। बिल्कुल, सारी ताकत चली गई और देवी लक्ष्मी, जो खुशकिस्मती की देवी हैं, वो भी समंदर की गहराइयों में चली गई। ये तो बहुत ही बुरा हुआ। तो फिर देवताओं ने क्या किया? वो सब भगवान विष्णु के पास गए मदद मांगने। विष्णु जी ने उन्हें एक हल बताया। क्या हल था? उन्होंने कहा कि अमृत हासिल करना होगा, यानी वो शरबत जिससे हमेशगी मिलती है, और उसके लिए उन्हें असुरों के साथ मिलना पड़ेगा।
असुरों के साथ? जी यानी अपने दुश्मनों के साथ? जी, मिलकर कशीर सागर यानी दूध के समुंदर का मंथन करना होगा। वाह, ये तो बड़ी अजीब सूरत हाल थी। यानी जिंदा रहने के लिए दुश्मन से इत्तेहाद। अच्छा, और ये मंथन कैसे होना था? उसके लिए भी इंतजाम बड़ा खास था। मंदराचल पहाड़ को मथनी यानी रई बनाना था और वासुकी नाग जो सांपों के राजा हैं उन्हें रस्सी के तौर पर इस्तेमाल करना था। पहाड़ को मथनी और सांप को रस्सी, ये तो बहुत ही बड़े पैमाने का काम लगता है। था तो, लेकिन जैसे ही उन्होंने शुरू किया एक और मसला आ गया। अब क्या हुआ? वो मंदराचल पहाड़ इतना भारी था कि समंदर में डूबने लगा। नीचे कोई सहारा ही नहीं था। ओहो, तो फिर सारा मंसूबा खतरे में पड़ गया। बिल्कुल, सब कुछ डूब रहा था। और तब ठीक इसी वक्त तब विष्णु जी आए, कछुए के रूप में। जी हाँ, ये था उनका दूसरा अवतार, खौर्म। वो एक बहुत बहुत बड़े कछुए की शक्ल में समंदर की तह में गए और पहाड़ को उठा लिया। बिल्कुल, अपनी चौड़ी मजबूत पीठ पर उस डूबते हुए पहाड़ को सहारा दिया। भागवत पुराण में तो लिखा है कि उनकी पीठ कोई 8 लाख मील चौड़ी थी। 8 लाख मील, ना काबिले यकीन। और ये भी कि जब पहाड़ उनकी पीठ पर घूम रहा था तो उन्हें बोझ नहीं लग रहा था, बल्कि जैसे कोई मीठी सी खुजली हो रही हो। अच्छा, यानी उनके लिए ये कोई मुश्किल काम नहीं था। वो तो उस पूरे अमल की बुनियाद बन गए, आधार। आपने बिल्कुल सही कहा, वो आधार बन गए। उनके बगैर ये मुमकिन ही नहीं था। उनके सहारा देने के बाद ही मंथन दोबारा ठीक से शुरू हो सका। तो फिर मंथन से क्या क्या निकला? सबसे पहले तो एक बड़ी खतरनाक चीज निकली, हलाहल नाम का जहर। इतना मोहलिक कि पूरी दुनिया तबाह हो सकती थी। जहर? सबसे पहले? ये दिलचस्प बात है। जी, और तब भगवान शिव ने आगे बढ़कर वो सारा जहर पी लिया ताकि दुनिया बच जाए। इसी वजह से उनका गला नीला पड़ गया और वो नीलकंठ कहलाए। ये तो बहुत बड़ी कुर्बानी थी। अच्छा, जहर के बाद? उसके बाद बहुत सी कीमती चीजें निकली। कामधेनु गाय और शिशरोवा घोड़ा और देवी लक्ष्मी भी दोबारा जाहिर हुई। और आखिर में धन्वंतरी वेद अमृत का कलश लेकर बाहर आए। आखिरकार अमृत मिल गया। तो देवताओं की मेहनत कामयाब हुई? मिल तो गया, लेकिन कहानी अभी बाकी थी। जैसे ही अमृत सामने आया, देवताओं और असुरों में छीना झपटी शुरू हो गई। ओ, ये तो होना ही था। जी, और असुरों ने अमृत छीन लिया। अब देवता फिर परेशान। तो फिर विष्णु जी ने दोबारा मदद की? हाँ, इस बार उन्होंने एक और रूप धारा, मोहिनी का, एक बेइंतहा खूबसूरत औरत का। मोहिनी? अच्छा, फिर क्या हुआ? मोहिनी ने अपनी खूबसूरती और बातों से असुरों को बहला दिया और सारा अमृत सिर्फ देवताओं को पिलाना शुरू कर दिया। यानी हिकमत अमली से काम लिया। बिल्कुल, लेकिन इसी दौरान एक असुर था, सुरभानु। वो चालाक निकला। उसने देवता का भेष बदला और चुपके से अमृत पी लिया। अरे, किसी ने देखा नहीं? सूरज और चांद देवता ने पहचान लिया और विष्णु जी को इशारा कर दिया। विष्णु जी ने फौरन अपनी सुदर्शन चक्र से उसका सर काट दिया। लेकिन वो तो अमृत पी चुका था। जी, तो उसका सर और धड़ दोनों जिंदा रहे। सर बन गया राहु और धड़ केतु, और वो आज भी आसमान में मौजूद हैं। वाह, क्या कहानी है। मतलब कितने मोड़ हैं इसमें। अच्छा, ये तो हुई कहानी। अब जरा इसके गहरे मतलब पर बात करते हैं, खास तौर पर कौरम अवतार की। जी, देखिए, कुर्म अवतार जो है वो बुनियादी तौर पर सब्र, इस्तेहकाम और मुश्किल वक्त में जो खुदाई मदद आती है उसकी अलामत है। इस्तेहकाम यानी स्टेबिलिटी। बिल्कुल, ये दिखाता है कि किसी भी बड़े काम के लिए एक मजबूत बुनियाद, एक ठोस सहारा कितना जरूरी है। जैसे कछुए का खोल होता है मजबूत। और इसका योगा से भी कोई ताल्लुक है, मैंने सुना है। जी हाँ, ये बहुत अहम नुक्ता है। भगवत गीता में एक श्लोक है 2.58 जिसमें कछुए की मिसाल दी गई है। जैसे कछुआ खतरा महसूस होने पर अपने हाथ, पांव और सर को अपने खोल के अंदर समेट लेता है ना, जी बिल्कुल, उसे प्रत्याहार कहा गया है। यानी अपने हवास को बाहर की दुनिया से हटाकर अंदर की तरफ मोड़ लेना। ये योगा के 8 हिस्सों में से 5वां है। अच्छा, तो ये हवास पर काबू पाने की अलामत है? बिल्कुल, हवास पर काबू पाना और अंदरूनी इस्तेहकाम हासिल करना। तो कौरम अवतार सिर्फ बाहर का सहारा नहीं, वो अंदरूनी इस्तेहकाम की भी अलामत है। तो क्या हम ये कह सकते हैं कि ये पूरा समुद्र मंथन ये असल में एक रूहानी सफर की तरह है, हमारे अपने अंदर की लड़ाई? आपने बहुत खूब पकड़ा इस बात को। बिल्कुल ऐसे ही है। ये हमारे अंदर के जहर यानी मनफी सोचें, बुरी आदतें, उन पर काबू पाने की कोशिश है। और असुर शायद हमारी अपनी ख्वाहिशात, लालच वगैरह। इस सारे अमल में कोरम वो अंदरूनी ठहराव है, वो सब्र है जो हमें चाहिए। और वो दूध का समंदर, कशीर सागर, वो किस चीज की अलामत है? कशीर सागर को कायनात, तख्लीक, सुकून और भगवान विष्णु की जो हर जगह मौजूदगी है उसकी अलामत समझा जाता है। वो पाकीज़गी और अमन की जगह है। तो खुलासा ये हुआ कि कोरुम अवतार सिर्फ एक पहाड़ उठाने वाला कछुआ नहीं, नहीं, बिल्कुल नहीं, बल्कि वो एक बुनियाद है, एक इस्तेहकाम की अलामत जिस पर कायनाती निजाम भी कायम है और हमारी रूहानी कोशिशें भी। बिल्कुल दुरुस्त। ये कहानी हमें यही सिखाती है कि बड़े चैलेंजेस का सामना करने के लिए अंदरूनी इस्तेहकाम और सुकून कितना जरूरी है। वो कछुए वाली बात, अपने खोल में सिमट जाने वाली सलाहियत, ये आजकल की दुनिया के लिए बहुत अहम सबक लगता है। यकीनन।
एक आखिरी सोच जिस पर शायद सुनने वाले गौर करना चाहें। आजकल की दुनिया में जहां हर तरफ इतनी भागदौड़ है, इतना शोर है, खल्फशार है, वहां ये प्रत्याहार वाला उसूल यानी कछुए की तरह अपने हवास को बाहर से समेटकर अंदर की तरफ ले जाना, ये अमली तौर पर कैसे मददगार हो सकता है, इस पर सोचा जा सकता है। जय हिंद। सनातन संस्कृति के अद्भुत सागर में एक और डुबकी लगाने के लिए तैयार हो जाइए। जब ब्रह्मांड का सबसे बड़ा खजाना पाने के लिए देवताओं और दैत्यों ने महासागर को मथना शुरू किया, तब कौन बना उस महायज्ञ का आधार? किसने अपनी पीठ पर असंभव का भार उठाया? आज हम जानेंगे भगवान विष्णु के उस अद्भुत अवतार के बारे में जिसने असंभव को संभव कर दिखाया। ये कहानी है स्थिरता, धैर्य और दिव्य सहारे की। ये गाथा है कूर्म अवतार की। कल्पना कीजिए एक ऐसे समय की जब ऋषि दुर्वासा के एक श्राप ने देवताओं को शक्तिहीन और श्रीहीन कर दिया था। उनकी सारी शक्ति, सारा ऐश्वर्य, सब कुछ समाप्त हो गया। असुरों ने स्वर्ग पे अधिकार कर लिया और तीनों लोकों में हाहाकार मच गया। निराश और हताश देवता प्रजापति ब्रह्मा के साथ सृष्टि के पालनहार भगवान विष्णु की शरण में पहुंचे। भगवान विष्णु ने उन्हें एक अनोखा उपाय सुझाया, समुद्र मंथन। उन्होंने कहा कि क्षीर सागर को मथने से अमृत निकलेगा, जिसे पीकर देवता अमर हो जाएंगे। लेकिन ये काम इतना विशाल था कि देवता अकेले इसे नहीं कर सकते थे। इसलिए भगवान विष्णु की सलाह पर उन्होंने अपने कट्टर शत्रुओं असुरों से सहायता मांगी। अमृत के लालच में असुर भी इस शर्त पर मान गए। मंथन के लिए विशाल मंदार पर्वत को मथनी और नागराज वासुकी को रस्सी बनाया गया। एक ओर देवता, दूसरी ओर असुर, और शुरू हुआ वो ब्रह्मांडीय मंथन। लेकिन हाय, ये क्या! बिना किसी आधार के वो विशाल पर्वत डगमगाने लगा और क्षीर सागर की गहराइयों में समाने लगा। सारे प्रयास विफल हो रहे थे। अमृत की आशा निराशा में बदल रही थी। तभी उस घोर संकट के बीच सृष्टि के पालनहार ने लिया एक अद्भुत रूप। भगवान विष्णु ने धारण किया एक ऐसे विशाल कूर्म यानी कछुए का अवतार जिसकी कल्पना भी नहीं की जा सकती थी। उन्होंने अपनी पीठ पर उस विशाल मंदार पर्वत को धारण कर लिया और बन गए उस महामंथन का अटूट अचल आधार। उनकी विशाल पीठ पर पर्वत ऐसे घूम रहा था मानो उन्हें कोई खुजली कर रहा हो। कूर्म अवतार के इस दिव्य सहारे के बिना अमृत की प्राप्ति असंभव थी। ये अवतार हमें सिखाता है कि किसी भी बड़े लक्ष्य को प्राप्त करने के लिए एक स्थिर और मजबूत नींव का होना कितना जरूरी है। कूर्म अवतार का संदेश साफ है, जीवन के सबसे बड़े तूफानों में भी जो धैर्य और स्थिरता के साथ टिका रहता है वही विजयी होता है। अगर आपको ये कहानी पसंद आई तो वीडियो को लाइक करें, अपने दोस्तों के साथ शेयर करें और हमारे चैनल को सब्सक्राइब करना ना भूलें। तो ये थी कथा भगवान विष्णु के कूर्म अवतार की, जिन्होंने अपनी पीठ पर मंदार पर्वत को थामकर ब्रह्मांड को डूबने से बचाया और देवताओं को अमरता का मार्ग दिखाया। ये सिर्फ एक कहानी नहीं बल्कि धैर्य और अटूट सहारे का प्रतीक है। अगली बार जब आप किसी चुनौती का सामना करें तो कूर्म अवतार को याद कीजिएगा। धैर्य और दृढ़ता से हर मुश्किल आसान हो जाती है। जय श्री